ਦਾ ਦੂਸਰਾ ਮਹੀਨਾ ਵੈਸਾਖ। ਇਸ ਮਹੀਨੇ ਦਾ ਉਪਦੇਸ਼ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ 12 ਮਾਹ ਨਾਮਕ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਵੈਸਾਖ ਦੇ ਮਹੀਨੇ ਦੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਧੀਰਜ ਕਿਸ ਤਰ੍ਹਾਂ ਹੋ ਸਕਦਾ ਹੈ ਜਿਨ੍ਹਾਂ ਦੇ ਹਿਰਦੇ ਤੋਂ ਪ੍ਰਮਾਤਮਾ ਦੀ ਦੂਰੀ ਹੈ, ਵਾਂਡੇ ਹੈ, ਇੱਕ ਪਾਸੇ ਹੈ ਪ੍ਰਮਾਤਮਾ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਦਾ ਵਿਛੋੜਾ ਹੈ, ਪ੍ਰੇਮ ਉਤਪੰਨ ਨਹੀਂ ਹੋਇਆ, ਪ੍ਰਭੂ ਪੈਦਾ ਨਹੀਂ ਹੋਇਆ, ਪ੍ਰਭੂ ਨਾਲ ਸੰਬੰਧ ਨਹੀਂ ਜੁੜਿਆ, ਤੋ ਵਿਸਾਖ ਦਾ ਮਹੀਨਾ ਤੇ ਬੇਸਬਰੀ ਪੈਦਾ ਕਰੇਗਾ। ਜੀਵਨ ਵਿੱਚ ਜਲਦਬਾਜ਼ੀ ਹੋਵੇਗੀ, ਬੇਸਬਰੀ ਹੋਵੇਗੀ, ਤਬੀਅਤ ਦੇ ਵਿੱਚ ਕਾਲਾਪਣ ਹੋਵੇਗਾ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਵੈਸਾਖ ਦੇ ਮਹੀਨੇ ਵਿੱਚ ਇਸਨੇ ਪਰਿਪੂਰਨ ਪ੍ਰਮਾਤਮਾ ਨੂੰ ਵਿਸਾਰ ਕਿਉਂ ਦਿੱਤਾ? ਪ੍ਰੇਮ ਦਾ ਵਿਛੋੜਾ ਕਿਉਂ ਹੈ? ਤੋ ਸਾਹਿਬ ਕਹਿੰਦੇ ਨੇ, ਉਹ ਜੋ ਸੱਜਣ ਹੈ, ਉਹ ਜੋ ਪੂਰੇ ਹੋਇਆ ਪਰਿਪੂਰਨ ਪ੍ਰਮਾਤਮਾ ਹੈ, ਉਹਨੂੰ ਇਸ ਵਾਸਤੇ ਵਿਸਾਰਿਆ ਹੈ ਕਿ ਧਾਵਨਾ ਮਾਇਆ ਦੀ ਹੈ। ਮਨੁੱਖ ਦੋਹਾਂ ਦੇ ਵਿੱਚ ਇੱਕ ਦੇ ਪ੍ਰਭਾਵ ਹੇਠ ਜੀਵੇਗਾ, ਜਾਂ ਪ੍ਰਮਾਤਮਾ ਦੇ ਜਾਂ ਮਾਇਆ ਦੇ। ਤਰਜ਼ੇ ਜ਼ਿੰਦਗੀ ਦੱਸ ਦਿੰਦੀ ਹੈ ਇਹ ਕਿਸ ਦੇ ਪ੍ਰਭਾਵ ਹੇਠ ਜੀ ਰਿਹਾ, ਔਰ ਜਿਸ ਦੇ ਪ੍ਰਭਾਵ ਹੇਠ ਜੀ ਰਿਹਾ ਉਸ ਵਰਗੇ ਉਸਦੇ ਕਰਮ ਹੋ ਜਾਣਗੇ। ਅਗਰ ਮਨੁੱਖ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ ਤਾਂ ਉਹਦੇ ਕਰਮ ਪ੍ਰਮਾਤਮਾਮਈ, ਉਹਦੀ ਸੋਚਣੀ ਪ੍ਰਮਾਤਮਾਮਈ, ਉਹਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਹੋ ਜਾਏਗਾ, ਉਹਦੀ ਤੱਕਣੀ ਵੀ ਪ੍ਰਮਾਤਮਾਮਈ, ਉਹਦੇ ਬੋਲ ਵੀ ਅੰਮ੍ਰਿਤਮਈ ਹੋਣਗੇ, ਕਿਉਂਕਿ ਬੋਲਾਂ ਦੇ ਵਿੱਚ ਵੀ ਪ੍ਰਭੂ ਆਪ ਹੋਵੇਗਾ। ਪਰ ਜੇ ਇਹ ਮਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਤਾਂ ਇਹਦੇ ਬੋਲਾਂ ਦੇ ਵਿੱਚ ਵੀ ਮਾਇਆ, ਇਹਦੀ ਦ੍ਰਿਸ਼ਟੀ ਦੇ ਵਿੱਚ ਵੀ ਮਾਇਆ, ਇਹਦੇ ਹਰ ਕਰਮ ਦੇ ਉੱਤੇ ਮਾਇਆ ਦਾ ਪ੍ਰਭਾਵ ਹੋਵੇਗਾ। ਕਿਉਂਕਿ ਮਾਇਆ ਦਾ ਆਪਣਾ ਇੱਕ ਖਾਸ ਪ੍ਰਭਾਵ ਹੈ, ਔਰ ਬਹੁਤ ਸਾਰੀ ਦੁਨੀਆ ਇਸੇ ਹੀ ਪ੍ਰਭਾਵ ਹੇਠ ਜੀ ਰਹੀ ਹੈ। ਬਾਰ-ਬਾਰ ਅਵਤਾਰੀ ਪੁਰਸ਼ਾਂ ਨੂੰ ਆ ਕੇ ਮਨੁੱਖ ਨੂੰ ਸਮਝਾਉਣਾ ਪਿਆ ਵੀ ਤੂੰ ਛਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਹੈ, ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਕਬੂਲ ਕਰ। ਮਾਇਆ ਤੇ ਉਸ ਦੀ ਛਾਇਆ ਹੈ, ਮਹਾਮਾਈ ਤਾਂ ਕੀ ਹੈ ਛਾਇਆ। ਤੋ ਜੋ ਛਾਇਆ ਦੇ ਪ੍ਰਭਾਵ ਹੇਠ ਜੀਵੇ ਤੇ ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਨਾ ਕਬੂਲ ਕਰੇ, ਤਾਂ ਇਹ ਕੋਈ ਸਿਆਣਪ ਨਹੀਂ ਹੈ, ਇਹ ਦਾਨਸ਼ਮੰਦੀ ਨਹੀਂ ਹੈ। ਪਰ ਇੱਥੇ ਪ੍ਰਸ਼ਨ ਖੜਾ ਹੁੰਦਾ ਹੈ ਕਿ ਮਾਇਆ, ਇਹ ਸੰਸਾਰ, ਇਹ ਪਦਾਰਥ ਜੇ ਵਾਕਈ ਪ੍ਰਮਾਤਮਾ ਦੀ ਛਾਇਆ ਹੈ ਤਾਂ ਛਾਇਆ ਦਾ ਇਤਨਾ ਪ੍ਰਭਾਵ ਕਿਉਂ ਹੈ? ਦਰਅਸਲ ਤਪਿਆ ਹੋਇਆ, ਭੁੱਖਾ ਤੇ ਪਿਆਸਾ ਮਨੁੱਖ, ਗਰਮੀ ਦਾ ਸਤਾਇਆ ਹੋਇਆ, ਅਗਰ ਦਰਖਤ ਦੀ ਛਾਂ ਥੱਲੇ ਆ ਗਿਆ ਤਾਂ ਕੁਛ ਚੈਨ ਮਿਲਦਾ ਹੈ, ਕੁਛ ਸੁੱਖ ਮਿਲਦਾ ਹੈ। ਭਾਵੇਂ ਭੁੱਖ ਨਹੀਂ ਮਿਟਦੀ, ਭਾਵੇਂ ਪਿਆਸ ਨਹੀਂ ਮਿਟਦੀ, ਪਰ ਤਪਸ਼ ਦਾ ਥੋੜਾ ਜਿਹਾ ਦੁੱਖ ਮਿਟਿਆ। तो छाया ਦਾ बस इतना ही प्रभाव है, माया ਦਾ बस इतना ही प्रभाव है। भुख ते उदों मिटेगी जद दरखत का फल नसीब होवेगा, भुख ते प्यास उदों मिटेगी जद ये फल झोली दे पवेगा। फल परमात्मा दा नाम है, ईश्वर दा नाम ये फल है, और ये सारियां भुखा नू शांत कर देंदा है। साच नाम आधार मेरा जिन भुखा सब गवाइयां। सारियां ही भुखा मिट गईयां, सारे दुख संताप नस गए, क्योंकि परमात्मा दे नाम दी ये बरकत है, ये उसकी महानता है। तो साहिब फरमान पे करते ने, जिहड़े माया दे प्रभाव हेठ जी रहे ने वो उस सज्जन नूं भुला देंदे ने। माया दा फिर रूप की है? पुत्र कलित्र ना संग धना हर अविनाशी ओ। पुत्र उदों माया बन जाता है जद परमात्मा दे विचकार दीवार बन जाए। इस्त्री उदों माया बन जाती है जद मनुख दे विचकार ते परमात्मा दे विचकार दीवार की तरह खड़ी हो जाए। धन भी उदों माया है
जद परमात्मा की याद विच ये दीवार की तरह खड़ा हो जाए ते परमात्मा नूं याद ना करन देवे, हर वो रंग रूप माया है जो परमात्मा तक जान ना देवे, उहदी याद विच बाधा खड़ी कर रहे। अगर पुत्र सहायक है, मददगार है परमात्मा की याद विच, तो पुत्र माया नहीं है। अगर स्त्री सहायक है, मददगार है, अमृत वेले उठण विच मदद कर रही है, बाणी पढ़न विच मदद कर रही है, प्रभु की याद विच सहायता दे रही है, तो स्त्री माया नहीं, इति प्रभु की बख्शिश, इति उसकी रहमत। और धन भी जैसे जैसे घर विच वधदा जा रहा है, हिरदे विच धर्म वधदा जाए, परमात्मा की याद वधदी जाए और धन करके दान दियां बिरतियां भी वधियां जान, तो ये धन माया नहीं है, ये ते सहायक हो गया, ये ते मददगार हो गया। तो माया कईयां दी दासी है, कईयां दी मालकण है। गुरबाणी विच इस तरह के दो रूप बयान किए गए ने, माया दासी भगतां की कार कमावे। ये भगतां दी दासी है, लेकिन संसारियां दी ते मालकण है। संसारियां दे आम जो इसके प्रभाव हेठ जीवदे ने, माया उन्हां दे सिर ते बैठती है, ते जो परमात्मा दे प्रभाव हेठ जीवदे ने, माया उन्हां दे कदमां दे थल्ले आउंदी है। जिस दे कदमां दे थल्ले माया है, गल स्पष्ट हो गई, ये परमात्मा दे प्रभाव हेठ जी रहा है, इस दे मस्तक ते परमात्मा दा ज्ञान है, उसदा हथ है। और जिस सिर दे उत्ते माया आण बैठी है, तो एक गल स्पष्ट हो गई, इसकी जिंदगी विच परमात्मा नदारत है। पुत्र, स्त्री, धन संपदा सारे दे सारे परमात्मा दे विचकार दीवार बन के जो है खड़े हो गए ने। साहिब कहते ने सारे दे सारे तेरी अखां दे सामने ओजड़ होने वाले ने, इन्हां दे चों बारी बारी संबंध दे टुटदियां देर नहीं लगती, अविनाशी ते केवल एक परिपूर्ण परमात्मा है। पलच पलच सगली मुई झूठे धंधे मोह, माया दे धंधियां दे खज्जल खुआर हो के आखिर एक दिन रूहानी मौत हो जाती है और नाले शरीरक मौत हो जाती है। इस तरह खज्जल खुआर होके अपना जीवन व्यर्थ गवा छड़दा है। इकस हर के नाम बिन अगे लईए खोल, परिपूर्ण परमात्मा दा इको ही नाम जो नाल जांदा है, इस तो इलावा जो कुछ भी कोल है सारा खो लिया जांदा है। ना जमीन नाल जांदी है, ना मकान, ना स्त्री नाल जांदी है, ना पुत्र, ना धन संपदा नाल जांदी है, ना यार दोस्त। एक सदैवी नाल रहन वाला है परिपूर्ण परमात्मा दा नाम। पर मनुख दी गफलत जो सदा अंग संग है, इत्थे ते उत्थे है, उस नाल कोई रिश्ता नहीं जोड़िया। ते जिन्हां दा संग वक्ती है, जिन्हां दा आसरा भी वक्ती है, जिन्हां दी नेड़ता वक्ती है, आरजी है, उन्हां दे आले दुआले ये भटक रहा है और सदैवी उन्हां नूं अपना संगी समझ बैठा है। साहिब कहंदे नहीं, इकस हर के नाम बिन अगे लईए खोए। जैसे इस संसार तो अगे चलना होंदा है, सब कुछ खो लिया जाता है, सब कुछ इत्थे रह जाता है। दोए विसार विगुचना प्रभ बिन अवर न कोए। परमात्मा नूं विसार के आखिर विगुचना ख्वारी होना होंदा है, प्रभ बिन अवर न कोए। और इस ख्वारी नूं परमात्मा तो बिना होर कोई नहीं मिटा सकता। इस दुख नूं, एक संताप नूं एक परिपूर्ण परमात्मा तो इलावा कोई नहीं दूर कर सकता। इस वास्ते धन गुरु अर्जन देव जी महाराज उपदेश करदे होए फरमान करदे ने, प्रीतम चरणी जो लगे तिनकी निर्मल सोए। वैसाख दे महीने विच जो परमात्मा दे चरनी लगदे ने, उन्हां दी शोभा अति निर्मल होंदी है, उन्हां दी वडियाई अति निर्मल होंदी है। नानक की प्रभ बेनती प्रभ मिलो परापत होए। धन गुरु अर्जन देव जी महाराज दसदे ने, वैसाख दे महीने विच इंज जोदड़ी करया कर, नानक की प्रभ बेनती
प्रभ मिलो प्राप्त होए। हे परिपूर्ण परमात्मा, तेरे चरण कमलों विच विनय है, प्रार्थना है, तू मिल, तू नेड़े आ। तेरा मिलना सुखदाई है, आनंदमयी है। वे साख सुहावा तां लगे, जा संत भेटे हर सोए। ਵਿਸਾਖ ਦਾ ਮਹੀਨਾ ਉਸੇ ਲਈ ਸੁਹਾਵਣਾ ਹੈ, ਉਸੇ ਲਈ ਮਹਾਨ ਹੈ, ਜਿਹਨੂੰ ਸੰਤ ਦੀ ਸੰਗਤ ਨਸੀਬ ਹੋਵੇ ਤੇ ਹਰੀ ਦੀ ਵਡਿਆਈ ਕਰਨ ਦਾ ਮੌਕਾ ਮਿਲੇ। ਸਮਝ ਲਓ ਵਿਸਾਖ ਦਾ ਮਹੀਨਾ ਸੁਹਾਵਣਾ ਹੋ ਗਿਆ, ਫਲੀਭੂਤ ਹੋ ਗਿਆ, ਆਨੰਦਮਈ ਹੋ ਗਿਆ। ਹੁਣ ਇਸੇ ਮਹੀਨੇ ਦੇ ਸੰਬੰਧ ਵਿੱਚ ਜੋ ਕੁਝ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਆਪ ਸਰਵਨ ਕਰੋ। ਵਿਸਾਖ ਭਲਾ ਸਾਖਾਂ ਵੇਸ ਕਰੇ। Download the app now. ਧਨ ਦੇਖੇ ਹਰ ਦਵਾਰ, ਆਓ ਦਇਆ ਕਰੇ। ਘਰ ਆਓ ਪਿਆਰੇ, ਦੁੱਤਰ ਤਾਰੇ, ਤੁਧ ਬਿਨ ਅੱਡ ਨ ਮੋਲੋ। ਕੀਮਤ ਕੌਣ ਕਰੇ ਤੁਧ ਭਾਵਾ, ਦੇਖ ਦਿਖਾਵੇ ਢੋਲੋ। ਦੂਰ ਨ ਜਾਨਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ। ਨਾਨਕ ਵੈ ਸਾਖੀ ਪ੍ਰਭ ਪਾਵੇ, ਸੁਰਤ ਸ਼ਬਦ ਮਨੁ ਮਾਨਾ। ਪਹਿਲੇ ਪਾਤਸ਼ਾਹ ਪ੍ਰਕਿਰਤੀ ਦੀ ਰੂਪ ਰੇਖਾ ਵੈਸਾਖ ਦੇ ਮਹੀਨੇ ਦੀ ਇੰਜ ਫਰਮਾਨ ਕਰਦੇ ਨੇ, ਵੈਸਾਖ ਭਲਾ ਸਾਖਾਂ ਵੇਸ ਕਰੇ। ਵੈਸਾਖ ਦਾ ਮਹੀਨਾ ਅਤਿਅੰਤ ਭਲਾ ਹੈ। ਦਰਖਤਾਂ ਵਿੱਚ ਨਵੀਆਂ ਕੌਂਪਲਾਂ ਫੁੱਟਦੀਆਂ ਨੇ। ਪਤਝੜ ਦੀ ਰੁੱਤ ਤੋਂ ਬਾਅਦ ਸ਼ਾਖਾਂ ਨਵੀਆਂ ਕੋਪਲਾਂ ਨੂੰ ਜਨਮ ਦਿੰਦੀਆਂ ਨੇ। ਵਿਸਾਖ ਦਾ ਮਹੀਨਾ ਵਾਕਈ ਉਸ ਮਨੁੱਖ ਲਈ ਮਹਾਨ ਹੈ ਜਿਸ ਦੇ ਅੰਦਰ ਕੋਈ ਨਵੇਂ ਜੀਵਨ ਦੀਆਂ ਕੋਪਲਾਂ ਫੁੱਟਣ, ਕੋਈ ਨਵੇਂ ਖਿਆਲ, ਕੋਈ ਨਵੀਂ ਤਰਜ਼ੇ ਜ਼ਿੰਦਗੀ, ਕੋਈ ਨਵਾਂ ਉਮੰਗ, ਕੋਈ ਨਵੀਂ ਤਰੰਗ, ਕੋਈ ਨਵਾਂ ਰਾਗ, ਕੋਈ ਨਵਾਂ ਰੂਪ ਇਸ ਦੇ ਅੰਦਰ ਉਤਪਨ ਹੋਵੇ, ਜਿਹੜਾ ਇਸ ਨੇ ਅੱਜ ਤੱਕ ਕਦੀ ਵੇਖਿਆ ਨਾ ਹੋਵੇ, ਸੁਣਿਆ ਨਾ ਹੋਵੇ, ਰੰਗ ਮਾਣਿਆ ਨਾ ਹੋਵੇ। ਇਸ ਤਰ੍ਹਾਂ ਕਿਧਰੇ ਦੁਨੀਆ ਦੀਆਂ, ਇਸ ਤਰ੍ਹਾਂ ਦੇ ਰਸ ਦੀਆਂ, ਇਸ ਤਰ੍ਹਾਂ ਦੇ ਸੰਸਾਰ ਦੀਆਂ ਜੇ ਕਿਧਰੇ ਇਸ ਦੇ ਅੰਦਰ ਕੌਂਪਲਾਂ ਫੁੱਟਣ ਤਾਂ ਮਹਾਰਾਜ ਕਹਿੰਦੇ ਨੇ ਵਿਸਾਖ ਦਾ ਮਹੀਨਾ ਸੁਹਾਵਣਾ ਹੈ, ਭਲਾ ਹੈ। ਪ੍ਰਕਿਰਤੀ ਤੇ ਆਪਣੇ ਸੁਭਾਅ ਦੇ ਮੁਤਾਬਕ ਵਿਸਾਖ ਦੇ ਮਹੀਨੇ 'ਚ ਨਵੀਆਂ ਕੌਂਪਲਾਂ ਨੂੰ ਜਨਮ ਦਿੰਦੀ ਹੈ। ਚਾਰੋਂ ਪਾਸੇ ਪੱਤੇ ਨਵੇਂ ਆਉਂਦੇ ਨੇ, ਸ਼ਾਖਾਂ ਆਪਣੇ ਢੰਗ ਦਾ ਇੱਕ ਵੇਸ ਧਾਰਨ ਕਰਦੀਆਂ ਨੇ। ਸਾਹਿਬ ਉਸੇ ਦਾ ਜ਼ਿਕਰ ਪਏ ਕਰਦੇ ਨੇ, ਵੈਸਾਖ ਭਲਾ ਸਾਖਾਂ ਵੇਸ ਕਰੇ। ਸ਼ਾਖਾਂ ਸ਼ਿੰਗਾਰੀਆਂ ਜਾਂਦੀਆਂ ਨੇ, ਸ਼ਾਖਾਂ ਤੇ ਪੱਤਿਆਂ ਦਾ ਸ਼ਿੰਗਾਰ ਆ ਜਾਂਦਾ ਹੈ। ਜਦ ਵਿਸਾਖ ਦਾ ਮਹੀਨਾ ਬਨਸਪਤੀ ਨੂੰ ਸ਼ਿੰਗਾਰ ਦੇਵੇ ਤੇ ਐ ਬੰਦੇ ਤੂੰ ਬਿਨਾਂ ਸ਼ਿੰਗਾਰਿਆ ਰਹਿ ਜਾਵੇਂ, ਤੂੰ ਹਾਰ ਸ਼ਿੰਗਾਰ ਤੋਂ ਬਿਨਾਂ ਰਹਿ ਜਾਵੇਂ। ਦੇਖ ਤੇ ਸਹੀ ਪ੍ਰਕਿਰਤੀ ਬਨਸਪਤੀ ਨੂੰ ਸ਼ਿੰਗਾਰ ਦੇ ਰਹੀ ਹੈ, ਤੂੰ ਵਾਂਝਾ ਕਿਉਂ ਰਹਿ ਗਿਆ? ਇਹ ਨਵੀਆਂ ਕੌਂਪਲਾਂ ਤੇਰੇ ਅੰਦਰ ਕਿਉਂ ਨਹੀਂ ਫੁੱਟੀਆਂ? ਇਹ ਨਵੇਂ ਉਮੰਗ, ਇਹ ਨਵੇਂ ਤਰੰਗ, ਇਹ ਨਵਾਂ ਵੇਸ, ਇਹ ਨਵਾਂ ਸ਼ਿੰਗਾਰ, ਇਹ ਨਵੀਂ ਦੁਨੀਆ ਦੀ ਝਲਕ ਤੇਰੇ ਅੰਦਰੋਂ ਕਿਉਂ ਨਹੀਂ ਪੈਦਾ ਹੋਈ? ਦਰਅਸਲ ਪ੍ਰਮਾਤਮਾ ਸਦੀਵੀ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਜਦ ਕੋਈ ਉਸ ਦਾ ਚਿੰਤਨ ਕਰਦਾ ਹੈ ਤਾਂ ਨਿਤ ਨਵੀਆਂ ਉਮੰਗਾਂ, ਨਿਤ ਨਵੇਂ ਅਨੁਭਵ, ਨਿਤ ਨਵੇਂ ਗੀਤ, ਨਿਤ ਨਵੇਂ ਸੰਗੀਤ ਦੀਆਂ ਧੁਨਾਂ ਉਸ ਦੇ ਅੰਦਰੋਂ ਜਨਮ ਲੈਂਦੀਆਂ ਨੇ। ਔਰ ਇਤਨੀ ਨਵੀਨਤਾ ਦੀ ਵਰਸ਼ਾ ਹੁੰਦੀ ਹੈ, ਉਹ ਬਿਸਮਾਦ ਹੋ ਜਾਂਦਾ ਹੈ, ਅਸ਼ਚਰਚਤਾ ਦੀ ਦੁਨੀਆ ਦੇ ਵਿੱਚ ਖੋ ਜਾਂਦਾ ਹੈ। ਉਸੇ ਹਾਲਤ ਦੇ ਵਿੱਚ ਇਹ ਬੋਲ ਨਿਕਲ ਪੈਂਦੇ ਨੇ, ਬਿਸਮ ਬਿਸਮ ਬਿਸਮੇ ਹੀ ਭਈਏ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰੇ। तो साहब फरमान पे करते ने, धन गुरु नानक देव जी महाराज का दिल दिमाग
एक कवि दा हिरदा है, एक कवि दा दिमाग है। अकाल पुरख ने जिथे आप नूं संदेश देण लई चुणिया है, उत्थे गुरु नानक देव जी महाराज अकाल पुरख दा संदेश गीतां दे राहीं, संगीत दे राहीं जगत दी झोली दे च पा रहे ने। धन सो राग सुरंगड़े अलापत सब दिख जाए। पातशाह ते इत्थे तक कहंदे ने धन ने ओ राग बड़े सुंदर ने, जिन्हां दे अलाप करदियां ही सारी तिखा मिट जाती है, चैन मिलता है, सुकून मिलता है। साहिब श्री गुरु नानक देव जी महाराज दे अंदर परमात्मा संगीत बन के प्रगट होया है, परमात्मा गीत बन के प्रगट होया है, परमात्मा खेड़ा बन के प्रगट होया है, परमात्मा ज्ञान बन के प्रगट होया है। ते जद इतना प्रगट होया है तो हुण कुदरती गल है वंडना होवेगा। ये वंडना इस तरह होंदा है, जद कोई फुल अपनी पूरी शक्ति नाल भर जाता है तो उस दे चों महक डुल डुल के पैंदी है। हुण चाहे कोई लैण वाला होवे चाहे ना लैण वाला होवे, पर फुल वंडी जा रहे है, महक वंडी जा रहे है। इसी तरीके नाल साहिब श्री गुरु नानक देव जी महाराज दा हिरदा है। आप रस दे नाल, गीत दे नाल, संगीत दे नाल, प्रभु दी दया नाल ते दैवी गुणा नाल इतने भर गए ने, 9 खंड पृथ्वी दे वंडदे रहे। देखण दे च आया है कोई मनुख वंडेगा, चलो अपने घर दे च वंड लेगा, कुछ साजो समान, कुछ वस्तुआं, कुछ पुत्रां दे च वंडेगा, मित्रां दे च वंड देवेगा। ते किसे दा दायरा जरा वसी होया तो चलो अपने महल्ले दे च वंड लेगा, अपनी बिरादरी दे च वंड देगा। ते होर भी सारा किधरे वसी होया तो वध अपने शहर दे च वंडेगा या अपने प्रांत दे च वंडेगा। इस तरह दा अज तक कोई होया ते नहीं, ते चलो मन लेंदे आ कि कोई चलो अपने मुल्क दे च वंडेगा। पर साहिब श्री गुरु नानक देव जी महाराज ने ये गीत संगीत ज्ञान विज्ञान आनंद ते परम खुशी दी दौलत 9 खंड पृथ्वी दे च वंडी। परमात्मा ही अनंत रूपां दे च गुरु नानक दे अंदरों प्रगट होया है और आप वंडन नूं चल पए ने। ये दाता तरह तरह दियां रब्बी दातां वंडन नूं चल पिया। चाहे सुमेर ते बैठे ने जोगी, उन्हां दी झोली दे च भी पाण नूं चला गया। चाहे तपदे होए मैदानां ते च बैठे ने अरब दे लोग, उन्हां दी झोली दे च भी शांति देण नूं चला गया। चाहे जंगल उजाड़ बयाबान दे च बैठे ने लोग, उन्हां दी झोली दे च भी बरकतां खेड़े ते खुशियां पाण जो है चला गया। ते चाहे कोई घर दे च बैठे ने खाली, उन्हां दी झोली भी भरण नूं साहिब श्री गुरु नानक देव जी महाराज पहुंचे ने। आप विसाख दे महीने दा जो प्राकृतिक रूप है इंज बयान करदे ने, वैसाख भला साखां वेस करे, धन देखे हर द्वार आवो दया करे। वैसाख दे महीने विच जिवें दरख्तां ने नवीआं कौंपलां देख लईआं, नवें पत्ते देख लए, नवीं हरियावली देख रही, जे किधरे जीव रूपी इस्त्री भी हरी दा द्वार देख लवे ते उसदे अंदरों भी ये मंग पैदा हो सकती है, हे प्रभु आ तू मेरे हिरदे च, आ तू मेरे घर दे च। तेरी झलक जे इतनी सुहावनी है तो तेरा मिलना कितना आनंदमयी होवेगा। घर आओ प्यारे दुत्तर तारे, तुद बिन अड न मोलो। वो फिर बिरहे दी मारी हुई इस तरह जोदड़ी कर दिए, हे परिपूर्ण परमात्मा तू घर दे च आ, तेरे तो बिना मेरा कौडी भी मुल नहीं, अड न मुलो। तू होवें ते मैं लखां दी, तू नहीं ते मैं कख दी। हे परिपूर्ण परमात्मा तेरे नाल ही मेरी महानता है। बिरहे कुठी जीव इस्त्री इस तरह वैसाख दे महीने तो प्रभावित होके उच्चारण कर दिए, घर आओ प्यारे दुत्तर तारे, ऐ प्यारे घर दे च आओ ताकि मैनू इस नतरे जान वाले संसार तो तारण दे च मददगार साबित हो सको, मैनू पार करो।
ये ते अथाह सागर है, अथाह लहरां ने, फिर तूफान है। हे प्रभु, हे प्यारे, घर विच आओ, मैनू तारो, क्योंकि मैं ऐसा समझ लिया तुद बिन अड न मोलो, तैथों बिना मेरा कौड़ी भी मुल नहीं। बेड़ी दी महानता मला करके है। जड़ी बूटियां दे राज वैद लोग प्रगट करते ने, किसे साज दी महानता साजिंदे करके है। किसे बीज दा फलीभूत होना ते गुणशाली होना धरती करके है। इस तरह मनुख दी भी सारी महानता परमात्मा करके है। एक परमात्मा नु अपने जीवन तो एक पासे कर दईए तो इंज समझ लो जैसे मलाह बेड़ी तो अलग हो गया, जैसे बीज तो जमीन अडरी हो गई, जैसे साज तो साजिंदा अलग हो गया। ते साजिंदे तो बिना ये साज की मैंने रखता है। ਇਹਦੇ ਚੋਂ संगीत नहीं निकल सकेगा, ਇਹਦੇ ਚੋਂ धुन नहीं निकल सकेगी। ਇਹਦੇ जो राग संगीत धुना सन ਇਹ ਤੇ ਸਾजिंदे करके सन। जीवन दे जो गीत संगीत खेड़ा ਉਹ ਤੇ परमात्मा करके है। इस वास्ते आख्या गया तू ते परमात्मा दी बंसरी बन जा, परमात्मा दा साज बन जा, ਉਹਦੇ ਹੋਂਠਾਂ ਨਾਲ लग जा, ताकि उसदी हवा उसदी प्रेरणा तैनू ऐसे छूवे कि तेरा जीवन संगीतमई हो जाए। साज उदों संगीतमई हो जाता है जब साजिंदे दे हथ छूंदे ने, साजिंदे दे होंठ छूंदे ने। तो साज एक महान आवाज नू जन्म देंदा है। यकीन जानो जद हिरदे नू परमात्मा छूंदा है और जद कोई साज दी तरह अपने आप नू परमात्मा दे इंज हवाले कर देंदा है जिवें कि साज साजिंदे दे हत्थां जो है चला जाता है, तो वाकई उस मनुख दी जिंदगी संगीतमई हो जाती है। ये तो एक प्रतीक ने कि बांस दी पोंगरी बांसुरी बन गई, कृष्ण दे होंठां ने छोई, वो तरह तरह दे संगीत नू जन्म देन लग पई। यकीन जानो जद भी कोई साज दी तरह बन जाए ते परमात्मा दे होंठां नाल लग जाए, परमात्मा दे अंग नाल छो जाए, तो उसदे बरकत भरे हथ, उसदे अमृतमई चेहरे दे नाल उस साज दे चों जिहड़ी आवाज पैदा होंदी है उसे नू वेद कहंदे ने, उसे नू पुराण कहंदे ने, उसे नू अंजील कहंदे ने, उसे नू कुरान कहंदे ने। और धन गुरु ग्रंथ साहब जी महाराज दी ए बाणी इते सारे दे सारे खसम दे बोल गुरु नानक देव जी महाराज ते आप कहंदे ने, जैसे में आवे खसम की बाणी तैसड़े करी ज्ञान वे लालो। इति परमात्मा आप बोले है, इति उसदी मेहर उसदी बख्शिश। मैं तो एक साज से उसने बजाया है, ये गीत निकले है, ये संगीत निकले है। ते जद भी कोई परिपूर्ण परमात्मा नू इंज अर्पण करदा है जैसे कोई साज साजिंदे दे हत्थां जो है चला जाता है, वाकई उस मनुख की जिंदगी संगीतमई हो जाती है, गीतमई हो जाती है, आनंदमई हो जाती है। इस वास्ते धन गुरु नानक देव जी महाराज फरमान पे करते ने, हे परिपूर्ण परमात्मा तैथों बिना मेरा कौड़ी भी मुल नहीं, कीमत कौन करे तुद भावा देख दिखावे ढोलो। हे परिपूर्ण परमात्मा, जे कोई तेरा दीदार करावे दिखावे, उस ढोल दे दर्शन करावे, तो कौन कीमत पा सकता है, कौन मुल दे सकता है? तू ते अमुल है। ते जिहड़ा दिखावे, जिहड़ा उस पासे दी प्रेरणा देवे, वो भी इतना महान है कि उसकी भी कीमत नहीं पाई जा सकती। साहिब श्री गुरु नानक देव जी महाराज वडहंस राग दे एक शब्द दे फरमान करते ने, तैं साहिब की बात जे आखे कहो नानक क्या दीजे। जे उस प्यारे दी मैनू कोई गल सुनावे, उसदे गीत सुनावे, उसदी गली दा पता दसे, उसदे घर दा टिकाणा दसे, तो फिर उसनू नजराना की दईए, उसनू भेटा की दईए। ये गुरु नानक ने एक सवाल खड़ा किया है
ਔਰ ਇਸ ਸਵਾਲ ਦਾ ਆਪ ਹੀ ਜਵਾਬ ਦਿੰਦੇ ਨੇ। ਤੈਂ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੇ। ਸੀਸ ਵਡੇ ਕਰ ਬੈਸਣ ਦੀਜੇ, ਵਿਣ ਸਿਰ ਸੇਵ ਕਰੀਜੇ। ਸਿਰ ਨੂੰ ਕੱਟ ਕੇ ਉਹਨੂੰ ਬੈਠਣ ਲਈ ਥਾਂ ਦੇਈਏ। ਉਹ ਕਿਸੇ ਇੱਟ ਤੇ ਨਾ ਬੈਠੇ, ਪਲੰਗ ਤੇ ਨਾ ਬੈਠੇ, ਸਿਰ ਤੇ ਬੈਠੇ। ਔਰ ਸਿਰ ਤੋਂ ਬਿਨਾਂ ਜਿਹੜਾ ਧੜ ਹੈ, ਇਹ ਉਸਦੀ ਸੇਵਾ 'ਚ ਜੁੜ ਜਾਏ। ਹੱਥ ਪੈਰ ਉਸਦੀ ਸੇਵਾ 'ਚ ਜੁੜ ਜਾਣ ਤੇ ਸਿਰ ਉਸਦੇ ਬੈਠਣ ਲਈ ਸਿੰਘਾਸਣ ਬਣੇ। ਕਿਸ ਦੇ? ਜੋ ਪ੍ਰਮਾਤਮਾ ਦੀ ਗੱਲ ਕੇਵਲ ਸੁਣਾਵੇ, ਉਸਦੀ ਗਲੀ ਦਾ ਪਤਾ ਦੱਸਦੇ, ਉਸਦੇ ਘਰ ਦੇ ਚੱਕਰ ਚੈਨ ਦੱਸੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਿਰਹੀ ਹਿਰਦਾ ਇਤਨਾ ਸਦਕੇ ਜਾਂਦਾ ਹੈ ਉਸ ਤੋਂ। ਤੈਂ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੇ। ਸੀਸ ਵਡੇ ਕਰ ਬੈਸਣ ਦੀਜੇ, ਵਿਣ ਸਿਰ ਸੇਵ ਕਰੀਜੇ। ਤੋ ਸਾਹਿਬ ਕਹਿੰਦੇ ਨੇ ਉਸ ਢੋਲ ਦੇ ਕੋਈ ਦਰਸ਼ਨ ਕਰਾਵੇ, ਦਿਖਾਵੇ। ਐਸਾ ਪਰਿਪੂਰਨ ਪ੍ਰਮਾਤਮਾ ਜੋ ਅਮੁੱਲ ਹੈ ਕਿ ਜੋ ਬਖਸ਼ਿਸ਼ ਕਰਕੇ ਉਸਦੀ ਗਲੀ ਦਾ ਸੰਦੇਸ਼ਾ ਦੇਵੇ, ਦਿਖਾਵੇ, ਉਹ ਵੀ ਮਹਾਨ ਹੈ, ਉਹ ਵੀ ਪੂਜਣਯੋਗ ਹੈ। ਉਸਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ। ਹੁਣ ਹੈ ਪਰਿਪੂਰਨ ਪ੍ਰਮਾਤਮਾ, ਮੈਂ ਤੈਨੂੰ ਦੂਰ ਨਹੀਂ ਜਾਣਦਾ, ਤੂੰ ਤੇ ਬਹੁਤ ਨੇੜੇ ਹੈ, ਬਹੁਤ ਨੇੜੇ ਹੈ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਮੇਰਾ ਹੱਥ ਵੀ ਜਿਤਨਾ ਮੇਰੇ ਤਨ ਤੋਂ ਦੂਰ ਜਾ ਸਕਦਾ ਹੈ, हे ਪ੍ਰਭੂ ਤੂੰ ਤੇ ਇਤਨਾ ਵੀ ਦੂਰ ਨਹੀਂ। ਕਹੇ ਰਵਿਦਾਸ हाथ पे नेरे सहजे होए सोई। तू ते इतना निकट है, इतना जो है नेड़े है। साहिब गुरु नानक देव जी महाराज दा फरमान, ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਤੂੰ ਤੇ ਸਦਾ ਵੇਖਦਾ ਪਿਆ, ਸਦਾ ਸੁਣਦਾ ਪਿਆ, ਸਦਾ ਛੂੰਦਾ ਪਿਆ, ਸਦਾ ਅੰਗ ਸੰਗ ਹੈ, ਪਰ ਪਤਾ ਨਹੀਂ ਮੈਂ ਕਿਉਂ ਤੈਨੂੰ ਦੂਰ ਸਮਝ ਲਿਆ। ਤੂੰ ਤੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਤੋ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਦੂਰ ਨਹੀਂ ਜਾਣਦਾ, ਹੁਣ ਮੈਂ ਤੈਨੂੰ ਆਪਣੇ ਅੰਤਰ ਆਤਮੇ ਦੇ ਚ ਮੰਨਦਾ, ਔਰ ਮੈਂ ਵੇਖ ਲਿਆ ਹਰ ਕਾ ਮਹਿਲ ਪਛਾਨਾ। ਮੈਂ ਉਸ ਮਹਿਲ ਦੀ ਪਹਿਚਾਣ ਕਰ ਲਈ ਹੈ, ਮੈਂ ਉਸ ਟਿਕਾਣੇ ਨੂੰ ਜੋ ਹੈ ਵੇਖ ਲਿਆ। ਨਾਨਕ ਵੈਸਾ ਖੀ ਪ੍ਰਭ ਭਾਵੇ, ਸੁਰਤ ਸਬਦ ਮਨ ਮਾਨਾ। ਅਗਰ ਵੈਸਾਖ ਦੇ ਮਹੀਨੇ ਵਿੱਚ ਕੋਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਮਨ ਨੂੰ ਮਨਾ ਲਵੇ, ਤੇ ਵੈਸਾਖ ਦਾ ਮਹੀਨਾ ਵੀ ਉਸ ਵਾਸਤੇ ਇੰਜ ਹੋਵੇਗਾ, ਨਵਾਂ ਖੇੜਾ, ਨਵੀਆਂ ਕੌਂਪਲਾਂ ਫੁੱਟਣਗੀਆਂ, ਸ਼ਾਖਾਂ ਵੇਸ਼ ਕਰਨਗੀਆਂ। ਵਾਕਈ ਉਸ ਦੀ ਜ਼ਿੰਦਗੀ ਸ਼ਿੰਗਾਰੀ ਜਾਵੇਗੀ, ਜਿਵੇਂ ਦਰਖਤ ਨਵੇਂ ਪੱਤਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ, ਜਿਵੇਂ ਦਰਖਤ ਫੁੱਲਾਂ ਨਾਲ ਸ਼ਿੰਗਾਰਿਆ ਜਾਂਦਾ ਹੈ, ਜਿਵੇਂ ਨਵੀਆਂ ਕੌਂਪਲਾਂ ਫੁੱਟਣ ਕਰਕੇ ਦਰਖਤ ਦਾ ਰੰਗ ਰੂਪ ਅਤਿਅੰਤ ਸੁੰਦਰ ਬਣ ਜਾਂਦਾ ਹੈ। ਇਸ ਤਰੀਕੇ ਨਾਲ ਵਿਸਾਖ ਦੇ ਮਹੀਨੇ 'ਚ ਇਹ ਪਰਿਪੂਰਨ ਪਰਮਾਤਮਾ ਜੇ ਤੂੰ ਕਿਧਰੇ ਹਿਰਦੇ 'ਚ ਪ੍ਰਗਟ ਹੋ ਜਾਏ ਤੇ ਅਭਿਆਸੀ ਤੇਰਾ ਚਿੰਤਨ ਕਰੇ, ਤਾਂ ਉਸ ਦੀ ਜ਼ਿੰਦਗੀ ਇੰਜ ਹੋ ਜਾਂਦੀ ਹੈ, ਉਹ ਦਰਖਤ ਜਿਸ ਨੂੰ ਨਵੀਆਂ ਕੌਂਪਲਾਂ ਫੁੱਟੀਆਂ ਨੇ, ਨਵੇਂ ਫੁੱਲ ਲੱਗੇ ਨੇ, ਨਵੇਂ ਫਲ ਲੱਗੇ ਨੇ। ਔਰ ਐਸਾ ਹੋ ਸਕਦਾ ਹੈ ਕਿ ਕਿਸੇ ਦਰਖਤ ਨੂੰ ਫੁੱਲ ਲੱਗੇ ਨੇ, ਫਲ ਲੱਗੇ ਨੇ, ਪੱਤੇ ਲੱਗੇ ਨੇ, ਫਿਰ ਝੜ ਸਕਦੇ ਨੇ, ਪਰ ਕਿਧਰੇ ਮਨੁੱਖੀ ਜ਼ਿੰਦਗੀ ਨੂੰ ਇਹ ਫੁੱਲ ਫਲ ਲੱਗ ਜਾਣ, ਕਦੀ ਝੜਦੇ ਵੀ ਨਹੀਂ। ਕਬੀਰ ਐਸਾ ਬੀਜ ਬੋਏ ਬਾਰੇ ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ ਪੰਛੀ ਕੇਲ ਕਰੰਦ। ਫਿਰ ਸਦੀਵੀ ਖੇੜਾ ਬਣਿਆ ਰਹਿੰਦਾ ਹੈ, ਸਦੀਵੀ ਹਰਿਆਵਲੀ ਬਣੀ ਰਹਿੰਦੀ ਹੈ। ਵਿਸਾਖ ਦੇ ਮਹੀਨੇ ਦਾ ਇਹ ਸੰਦੇਸ਼ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਸਾਖਾਂ ਨਵੀਆਂ ਵੇਸ ਦੇ ਵਿੱਚ ਲੀਨ ਹੋਈਆਂ ਨੇ, ਨਵੇਂ ਪੱਤੇ ਨਿਕਲ ਰਹੇ ਨੇ, ਨਵਾਂ ਸ਼ਿੰਗਾਰ ਕਰ ਰਹੀਆਂ ਨੇ। ਇਹ ਬੰਦੇ ਤੂੰ ਪੁਰਾਣੀਆਂ ਗੱਲਾਂ 'ਚ ਉਲਝਿਆ ਹੋਇਆ, ਪੁਰਾਣੇ ਝਮੇਲਿਆਂ 'ਚ ਉਲਝਿਆ ਹੋਇਆ। ਜੀਵਨ ਵਿੱਚ ਨਵੀਨਤਾ ਨੂੰ ਜਨਮ ਦੇ, ਨਵੇਂ ਖਿਆਲਾਂ ਨੂੰ ਜਨਮ ਦੇ, ਨਵੇਂ ਗੀਤ ਨੂੰ ਜਨਮ ਦੇ।